ਜੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਨੀਅਰਿਟੀ 'ਚ ਨਾਮ ਆਉਂਦਾ ਹੈ ਇਸ ਕੈਬਨਿਟ ਦੇ ਵਿੱਚ ਤਾਂ ਉਹ ਬ੍ਰਹਮ ਮਹਿੰਦਰਾ ਦਾ ਆਉਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ, ਪਾਰਟੀ ਸਾਡੀ ਇਕਜੁੱਟ ਹੈ। ਉਹ ਝੂਠਾ ਦਿਲਾਸਾ ਆਪਣੇ ਆਪ ਨੂੰ ਵੀ ਦੇ ਰਹੇ ਸੀ ਤੇ ਮੀਡੀਆ ਨੂੰ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਸੁਨੀਲ ਜਾਖੜ ਨੇ ਆ ਕੇ ਇਹ ਗੱਲ ਕਹੀ ਪ੍ਰਵਿੰਦਰ ਕਿ ਜਿਹੜੇ ਪਾਰਟੀ ਨੂੰ ਤੋੜਨਾ ਚਾਹੁੰਦੇ ਨੇ ਉਹ ਐਕਸਪੋਜ਼ ਹੋ ਗਏ। ਇੰਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਇੱਕ ਗੱਲ ਤਾਂ ਇਸ ਤੋਂ ਸਾਫ਼ ਹੋ ਗਈ ਰੇੜਕੇ ਤੋਂ ਕਿ ਜੋ ਪਾਰਟੀ ਨੂੰ ਤੋੜਨਾ ਚਾਹੁੰਦੇ ਸੀਗੇ ਪਾਰਟੀ ਦੇ ਵਿੱਚ ਰਹਿ ਕੇ ਉਹ ਸਾਹਮਣੇ ਆ ਗਏ। ਜਿਵੇਂ ਹਰੀਸ਼ ਰਾਵਤ ਨੇ ਤਾਂ ਬਿਆਨ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੋਣ ਲੜਾਂਗੇ ਅਸੀਂ ਅਗਲਾ ਆਉਣ ਵਾਲਾ, ਪਰ ਨਵਜੋਤ ਸਿੱਧੂ ਤੇ ਹੋਰਾਂ ਨੂੰ ਮਨਜ਼ੂਰ ਨਹੀਂ ਹੈ, ਪ੍ਰਤਾਪ ਬਾਜਵਾ ਨੂੰ ਮਨਜ਼ੂਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਨਾਉਂਸ ਕੀਤਾ ਸੀ, ਤੁਹਾਡੇ ਯਾਦ ਹੋਣਾ ਕਿ ਮੇਰਾ ਆਖਰੀ ਇਲੈਕਸ਼ਨ ਹੈ, ਮੈਂ ਅੱਜ ਤੋਂ ਬਾਅਦ ਚੋਣ ਨਹੀਂ ਲੜੂੰਗਾ। ਤਾਂ ਉਦੋਂ ਸੀਨੀਅਰ ਲੀਡਰਸ ਨੂੰ ਇਹ ਵੀ ਕਲੀਅਰ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ 17 ਤੋਂ 22 ਤੱਕ ਮੁੱਖ ਮੰਤਰੀ ਰਹਿਣਗੇ। ਬਾਅਦ 'ਚ ਰਾਹ ਸਾਫ਼ ਹੁੰਦਾ ਸਾਡੇ ਵਾਸਤੇ ਔਰ ਅਸੀਂ ਜਾ ਕੇ ਮੁੱਖ ਮੰਤਰੀ ਦੀ ਦਾਅਵੇਦਾਰੀ ਪੇਸ਼ ਕਰਾਂਗੇ। ਪਰ ਜਿੰਨੇ ਲੀਡਰਸ ਬਾਹਰ ਆਏ, ਸੁਖਜਿੰਦਰ ਰੰਧਾਵਾ ਜਦੋਂ ਬਾਹਰ ਆ ਕੇ ਗੱਲਬਾਤ ਕਰਦੇ ਉਹ ਕਹਿੰਦੇ ਕਿ ਮੈਂ ਅੰਦਰ ਕੀ ਹੋਇਆ ਕੁਝ ਨਹੀਂ ਦੱਸਣਾ। ਇਟ ਮੀਨਸ ਕਿ ਅੰਦਰ ਕੋਈ ਬਹੁਤੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਨਹੀਂ ਹੋਈ। ਔਰ ਉਸ ਤੋਂ ਬਾਅਦ ਉਹਨਾਂ ਨੇ ਜਾਂਦੇ ਹੋਏ ਗੱਡੀ 'ਚ ਬੈਠਦੇ ਹੋਏ ਮੀਡੀਆ ਅੱਗੇ ਗੱਲ ਕਹਿੰਦੇ ਹੈ ਕਿ ਬੇਅਦਬੀ ਦਾ ਇਨਸਾਫ ਤਾਂ ਹੋਣਾ ਚਾਹੀਦਾ। ਉਹ ਬੇਅਦਬੀ ਦੇ ਉੱਤੇ ਉਹ ਇਹ ਗੱਲ ਰੱਖਦੇ ਆ। ਮਿਨਿਸਟਰ ਜਿਹੜੇ ਅੰਦਰ ਰਹੇ ਨੇ ਉਹ ਕੋਈ ਬਹੁਤੇ ਅੰਦਰ ਮਾਹੌਲ ਜਿਹੜਾ ਇੱਕ ਚੰਗੇ ਮਾਹੌਲ 'ਚ ਮੀਟਿੰਗ ਨਹੀਂ ਜਾਪਦੀ ਜਿਸ ਤਰੀਕੇ ਦੇ ਨਾਲ ਬਾਹਰ ਆ ਕੇ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਹੈ ਨਜ਼ਰ ਆ ਰਹੀ ਹੈ। ਸੋਚਿਆ ਜਾ ਰਿਹਾ ਸੀਗਾ ਕਿ ਦਿੱਲੀ ਹੁਣ ਗੱਲ ਚਲੀਗੀ ਔਰ ਹੁਣ ਇਹਦਾ ਨਤਾਰਾ ਹੋ ਜਾਊਗਾ, ਤਾਂ ਇਹ ਉਧਰ ਨੂੰ ਗੱਲ ਜਾਂਦੀ ਦਿਸ ਨਹੀਂ ਰਹੀ। ਇਹ ਸਾਰੇ ਵਿਧਾਇਕਾਂ ਚੋਂ ਕਿਸੇ ਵੀ ਇੱਕ ਨੇ ਜਾਂ ਵੱਡੇ ਆਗੂਆਂ ਚੋਂ ਕਿਸੇ ਇੱਕ ਨੇ ਇਹ ਨਹੀਂ ਕਿਹਾ ਕਿ ਅਸੀਂ ਨਵਜੋਤ ਸਿੱਧੂ ਦੇ ਨਾਲ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਪਰਵਿੰਦਰ ਸਿੰਘ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਾਟੋ ਕਲੇਸ਼ ਹੈ ਜਾਂ ਵਿਵਾਦ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਇਸ ਦਰਮਿਆਨ ਹੁਣ ਕਾਂਗਰਸ ਹਾਈ ਕਮਾਨ ਨੇ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਹੈ ਅਤੇ ਇਸ ਵਿਵਾਦ ਨੂੰ ਖਤਮ ਕਰਨ ਲਈ ਕਦਮ ਚੁੱਕਿਆ ਹੈ। ਸੋ ਇਸੇ ਤਹਿਤ ਅੱਜ ਪੰਜਾਬ ਦੇ 25 ਮੰਤਰੀਆਂ ਤੇ ਵਿਧਾਇਕਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਕੇਂਦਰ ਦੇ ਵਿੱਚ, ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਵੱਲੋਂ। ਸੋ ਇਸ ਮੀਟਿੰਗ ਦੇ ਵਿੱਚ ਕੀ ਕੁਝ ਰਿਹਾ ਤੇ ਇਹ ਕਾਟੋ ਕਲੇਸ਼ ਹੈ ਜਾਂ ਵਿਵਾਦ ਹੈ ਆਖਿਰ ਕਦੋਂ ਖਤਮ ਹੋਵੇਗਾ, ਇਸ ਬਾਬਤ ਸਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਨਿਊਜ਼ ਐਡੀਟਰ ਸਿਮਰਨਜੋਤ ਮੱਕੜ ਜੁੜ ਚੁੱਕੇ ਨੇ। ਜੀ ਸਿਮਰਨ, ਕਿਵੇਂ ਦੇਖਦੇ ਹੋ ਆਖਿਰ ਕਦੋਂ ਮੁੱਕਣ ਜਾ ਰਿਹਾ ਹੈ ਕਾਟੋ ਕਲੇਸ਼? ਜੱਜ ਦੀ ਮੀਟਿੰਗ ਦੇ ਵਿੱਚ ਕੀ ਖਾਸ ਰਿਹਾ? ਦੇਖੋ ਪਰਵਿੰਦਰ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਸ ਮੀਟਿੰਗ 'ਚ ਸਮਝਣੀਆਂ ਪੈਣਗੀਆਂ। ਅਸੀਂ ਇੱਕ ਇੱਕ ਕਰਕੇ ਜੇ ਡਿਸਕਸ ਕਰੀਏ ਤਾਂ ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਕੇਂਦਰ ਦੀ ਜਿਹੜੀ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਹੈ ਉਸਨੇ ਇਸ ਸਾਰੇ ਕਾਟੋ ਕਲੇਸ਼ ਨੂੰ ਮੁਕਾਉਣ ਵਾਸਤੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਅਸੀਂ ਜਾਣਦੇ ਹਾਂ ਜਿਹਦੇ 'ਚ ਹਰੀਸ਼ ਰਾਵਤ ਨੇ, JP ਅਗਰਵਾਲ ਨੇ, ਮਲਿਕ ਅਰਜੁਨ ਖੜਗੇ ਨੇ। ਉਹ ਮੀਟਿੰਗ ਜਿਹੜੀ ਉਸ ਕਮੇਟੀ ਦੇ ਅੱਗੇ ਅੱਜ ਜਦੋਂ ਪੇਸ਼ ਹੋਣ ਜਾ ਰਹੇ ਸੀ ਸਵੇਰੇ, ਤਾਂ ਜੇ ਤੁਸੀਂ ਬਾਡੀ ਲੈਂਗੁਏਜ ਦੇਖੋ, ਜਿੰਨੇ ਆਗੂ ਸਵੇਰੇ ਜਦੋਂ ਪੇਸ਼ ਹੋਣ ਜਾ ਰਹੇ ਸੀ ਤਾਂ ਉਹਨਾਂ ਦੀ ਬਾਡੀ ਲੈਂਗੁਏਜ ਇੱਕ ਗੱਲ ਸੀਗੀ ਕਿ ਭਾਵੇਂ ਉਹ ਬਹੁਤ ਸੀਨੀਅਰ ਮੋਸਟ ਮੰਤਰੀ ਜੇ ਦੇਖੀਏ ਪੰਜਾਬ ਦੇ, ਜੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸੀਨੀਅਰਿਟੀ 'ਚ ਨਾਮ ਆਉਂਦਾ ਹੈ ਇਸ ਕੈਬਨਿਟ ਦੇ ਵਿੱਚ ਤਾਂ ਉਹ ਬ੍ਰਹਮ ਮਹਿੰਦਰਾ ਦਾ ਆਉਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੈ, ਪਾਰਟੀ ਸਾਡੀ ਇਕਜੁੱਟ ਹੈ। ਉਹ ਝੂਠਾ ਦਿਲਾਸਾ ਆਪਣੇ ਆਪ ਨੂੰ ਵੀ ਦੇ ਰਹੇ ਸੀ ਤੇ ਮੀਡੀਆ ਨੂੰ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਪਰ ਦਰਅਸਲ ਜੇ ਬਾਕੀਆਂ ਦੀ ਵੀ ਤੁਸੀਂ ਗੱਲ ਸੁਣੋ ਤਾਂ ਕਈਆਂ ਦੀ ਸਲਿੱਪ ਆਫ ਟੰਗ ਹੋਈ ਕਿ ਮਾੜੇ ਮੋਟੇ ਤਾਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਵਿਵਾਦ ਚੱਲਦੇ ਰਹਿੰਦੇ ਨੇ, ਉਹ ਸੁਲਝਾਉਣ ਆਏ ਹੈ। ਮੀਡੀਆ ਨੇ ਕਿਹਾ ਕਿ ਕੋਵਿਡ ਦੇ ਦੌਰਾਨ ਫਿਜ਼ੀਕਲ ਤੁਹਾਨੂੰ ਮੀਟਿੰਗ ਵਾਸਤੇ ਸੱਦਣਾ ਪੈ ਰਿਹਾ, ਗੱਲ ਕਿੰਨੀ ਕੁ ਵੱਧ ਗਈ ਹੈ। ਤਾਂ ਇਹ ਮੰਨਣ ਨੂੰ ਤਾਂ ਕੋਈ ਤਿਆਰ ਨਹੀਂ ਸੀਗਾ ਕਿ ਗੱਲ ਵੱਧ ਗਈ ਹੈ। ਪਰ ਜਦੋਂ ਵਾਪਸ ਆਉਂਦੇ ਨੇ ਮੀਟਿੰਗ ਤੋਂ ਬਾਹਰ ਤਾਂ ਸਾਰਾ ਜਿਹੜਾ ਕਹਿ ਲਓ ਕਿ ਪਟਾਰਾ ਖੁੱਲ੍ਹ ਜਾਂਦਾ, ਸਾਰੀਆਂ ਚੀਜ਼ਾਂ ਖੁੱਲ੍ਹ ਜਾਂਦੀਆਂ। ਹੁਣ ਜੇ ਇੱਕ ਇੱਕ ਕਰਕੇ ਇਹਨੂੰ ਡਿਸਕਸ ਕਰੀਏ, ਜੇ ਤੁਸੀਂ ਸੁਨੀਲ ਜਾਖੜ ਨੂੰ ਸਭ ਤੋਂ ਪਹਿਲਾਂ, ਕਿਉਂਕਿ ਉਹ ਪ੍ਰਧਾਨ ਨੇ, ਤਾਂ ਮੈਂ ਜੋ ਉਹਨਾਂ ਨੇ ਕੋਟ ਕੀਤਾ ਉਹ ਬਹੁਤ ਇੰਪੋਰਟੈਂਟ ਹੈ। ਸੁਨੀਲ ਜਾਖੜ ਨੇ ਆ ਕੇ ਇਹ ਗੱਲ ਕਹੀ ਪ੍ਰਵਿੰਦਰ ਕਿ ਜਿਹੜੇ ਪਾਰਟੀ ਨੂੰ ਤੋੜਨਾ ਚਾਹੁੰਦੇ ਨੇ ਉਹ ਐਕਸਪੋਜ਼ ਹੋ ਗਏ। ਇੰਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਇੱਕ ਗੱਲ ਤਾਂ ਇਸ ਤੋਂ ਸਾਫ਼ ਹੋ ਗਈ ਰੇੜਕੇ ਤੋਂ ਕਿ ਜੋ ਪਾਰਟੀ ਨੂੰ ਤੋੜਨਾ ਚਾਹੁੰਦੇ ਸੀਗੇ ਪਾਰਟੀ ਦੇ ਵਿੱਚ ਰਹਿ ਕੇ ਉਹ ਸਾਹਮਣੇ ਆ ਗਏ। ਸਭ ਤੋਂ ਵੱਡੀ ਗੱਲ ਇੱਥੇ ਇਹ ਆਉਂਦੀ ਹੈ ਕਿ ਪਾਰਟੀ ਨੂੰ ਕੌਣ ਤੋੜਨਾ ਚਾਹੁੰਦਾ ਸੀਗਾ? ਜੇ
ਸੁਨੀਲ ਜਾਖੜ ਤੱਕ ਇਹ ਚੀਜ਼ਾਂ ਪਹੁੰਚੀਆਂ ਕਿ ਪਾਰਟੀ ਨੂੰ ਕੋਈ ਤੋੜਨਾ ਚਾਹੁੰਦਾ ਤਾਂ ਬਤੌਰ ਪ੍ਰਧਾਨ ਉਹਨਾਂ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਕਿਉਂ ਨਹੀਂ ਕੀਤੀ, ਅਨੁਸ਼ਾਸਨ ਦੀ ਕਾਰਵਾਈ ਕਿਉਂ ਨਹੀਂ ਹੋਈ। ਨਵਜੋਤ ਸਿੱਧੂ ਦੀ ਜੇ ਉਹ ਡਾਇਰੈਕਟਲੀ ਨਹੀਂ ਗੱਲ ਕਰ ਰਹੇ ਸੀ, ਜੇ ਉਹ ਇਨਡਾਇਰੈਕਟਲੀ ਸੀਗੇ ਤਾਂ ਹੁਣ ਤੱਕ ਅਨੁਸ਼ਾਸਨੀ ਕਾਰਵਾਈ ਪ੍ਰਧਾਨ ਕਰ ਸਕਦਾ, ਉਹ ਕਿਉਂ ਨਹੀਂ ਕੀਤੀ ਗਈ। ਇਹ ਆਪਣੇ ਆਪ ਦੇ ਵਿੱਚ ਵੱਡਾ ਕੁਐਸਚਨ ਸੀ। ਵਾਪਸ ਆ ਕੇ ਐਕਸਪੈਕਟਡ ਇਹ ਹੋਣਾ ਚਾਹੀਦਾ ਸੀ ਜਦੋਂ ਸੁਨੀਲ ਜਾਖੜ ਬਾਹਰ ਆਉਂਦੇ, ਜੇ ਉਹਨਾਂ ਦੀ ਬਾਡੀ ਲੈਂਗੁਏਜ ਤੇ ਉਹਨਾਂ ਦੀ ਭਾਸ਼ਾ ਇਹ ਹੁੰਦੀ ਕਿ ਜੋ ਗੱਲਬਾਤ ਸਾਡੀ ਪੰਜਾਬ 'ਚ ਚੱਲ ਰਹੀ ਸੀ, ਜੋ ਮੀਟਿੰਗਾਂ ਦਾ ਦੌਰ ਪੰਜਾਬ 'ਚ ਹੋ ਰਿਹਾ ਸੀ, ਜੋ ਧੜਿਆਂ 'ਚ ਪੰਜਾਬ ਦੇ ਵਿੱਚ ਅਸੀਂ ਵੰਡੇ ਗਏ ਦਿਸਦੇ ਰਹੇ ਸੀ, ਅੱਜ ਮੀਟਿੰਗ 'ਚ ਸਾਰਾ ਕੁਝ ਕਲੀਅਰ ਹੋ ਗਿਆ। ਔਰ ਕਲੀਅਰ ਹੋਣ ਤੋਂ ਬਾਅਦ ਸਭ ਕੁਝ ਸਾਫ਼ ਹੈ ਕਿ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਹੈ ਔਰ ਪੰਜਾਬ 'ਚ ਅਸੀਂ ਵਾਪਸ ਚਾਹਾਂਗੇ। ਔਰ ਸਾਡਾ ਫਲਾਨੀ ਲੀਡਰਸ਼ਿਪ, ਜੇ ਲੀਡਰਸ਼ਿਪ ਨਹੀਂ ਵੀ ਕਲੀਅਰ ਕਰਦੇ, ਵੱਡਾ ਰੇੜਕਾ ਤਾਂ ਇਹੀ ਹੈ ਨਾ ਕਿ ਕਿਹੜੀ ਲੀਡਰਸ਼ਿਪ ਦੇ ਤਹਿਤ ਇਲੈਕਸ਼ਨ ਲੜਿਆ ਜਾਊਗਾ। ਔਰ ਕਾਂਗਰਸ ਇਸ ਟਾਈਮ ਇੰਨੀ ਕੁ ਫਸੀ ਹੈ ਕਿ ਜੇ ਉਹ ਇੱਕ ਪਾਸੜ ਹੋ ਜਾਂਦੀ ਹੈ, ਜਿਵੇਂ ਹਰੀਸ਼ ਰਾਵਤ ਨੇ ਤਾਂ ਬਿਆਨ ਦਿੱਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੋਣ ਲੜਾਂਗੇ ਅਸੀਂ ਅਗਲਾ ਆਉਣ ਵਾਲਾ, ਪਰ ਨਵਜੋਤ ਸਿੱਧੂ ਤੇ ਹੋਰਾਂ ਨੂੰ ਮਨਜ਼ੂਰ ਨਹੀਂ ਹੈ, ਪ੍ਰਤਾਪ ਬਾਜਵਾ ਨੂੰ ਮਨਜ਼ੂਰ ਨਹੀਂ ਹੈ। ਹੁਣ ਪ੍ਰਤਾਪ ਬਾਜਵਾ ਦੀ ਵੀ ਆਪਣੀ ਕਹਾਣੀ ਹੈ। ਪ੍ਰਤਾਪ ਬਾਜਵਾ ਨੂੰ ਜਦੋਂ ਪਿਛਲੀਆਂ ਚੋਣਾਂ ਵੇਲੇ ਹਾਈ ਕਮਾਨ ਨੇ ਮਨਾ ਲਿਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਲੀਡਰਸ਼ਿਪ ਦੇ ਤਹਿਤ ਇਲੈਕਸ਼ਨ ਲੜਨਾ, ਔਰ ਉਹ ਬਹੁਤ ਸੀਨੀਅਰ ਲੀਡਰ ਪੰਜਾਬ ਦੇ, ਔਰ ਜਦੋਂ ਉਹ ਮਨਾ ਲੈਂਦੇ ਨੇ ਤਾਂ ਤੁਸੀਂ ਦੇਖੋ ਕਿ ਚੋਣ ਜਦੋਂ ਪ੍ਰਤਾਪ ਬਾਜਵਾ ਨੂੰ ਪ੍ਰਧਾਨਗੀ ਤੋਂ ਲਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਜਾਂਦਾ, ਫਿਰ ਮੁੱਖ ਮੰਤਰੀ ਦਾ ਚਿਹਰਾ ਆਉਂਦੇ ਨੇ, ਚਾਹੁੰਦਾ ਹੈ ਪੰਜਾਬ ਕੈਪਟਨ ਕੀ ਸਰਕਾਰ, ਔਰ ਫਿਰ ਪ੍ਰਤਾਪ ਬਾਜਵੇ ਨੂੰ ਰਾਜ ਸਭਾ ਪ੍ਰੋਮਿਸ ਹੁੰਦੀ ਹੈ ਔਰ ਰਾਜ ਸਭਾ ਜਾਂਦੇ ਹੈ। ਔਰ ਉਹ ਇੱਕ ਚੀਜ਼ ਉਹਨਾਂ ਵਾਸਤੇ ਉਦੋਂ ਹੋਈ ਹੋਣੀ ਹੈ ਕਿ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਨੇ ਅਨਾਊਂਸ ਕੀਤਾ ਸੀ, ਤੁਹਾਡੇ ਯਾਦ ਹੋਣਾ ਕਿ ਮੇਰਾ ਆਖਰੀ ਇਲੈਕਸ਼ਨ ਹੈ, ਮੈਂ ਅੱਜ ਤੋਂ ਬਾਅਦ ਚੋਣ ਨਹੀਂ ਲੜੂੰਗਾ, ਤਾਂ ਉਦੋਂ ਸੀਨੀਅਰ ਲੀਡਰਸ ਨੂੰ ਇਹ ਵੀ ਕਲੀਅਰ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ 17 ਤੋਂ 22 ਤੱਕ ਮੁੱਖ ਮੰਤਰੀ ਰਹਿਣਗੇ। ਬਾਅਦ 'ਚ ਰਾਹ ਸਾਫ਼ ਹੁੰਦਾ ਸਾਡੇ ਵਾਸਤੇ ਔਰ ਅਸੀਂ ਜਾ ਕੇ ਮੁੱਖ ਮੰਤਰੀ ਦੀ ਦਾਅਵੇਦਾਰੀ ਪੇਸ਼ ਕਰਾਂਗੇ। ਜਦੋਂ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਹੁਣ ਦਾਅਵੇਦਾਰੀ ਪੇਸ਼ ਕਰ ਰਹੇ ਆ ਤਾਂ ਉਹਨਾਂ ਨੇ ਜਿਹੜਾ ਰਾਹ ਬਣਾਇਆ ਸੀਗਾ, ਜਿਹੜਾ ਛੱਡਿਆ, ਉਸ ਵੇਲੇ ਬਗਾਵਤ ਨਹੀਂ ਕੀਤੀ ਤੇ ਰਾਹੁਲ ਗਾਂਧੀ ਦੀ ਮੰਨੀ ਪ੍ਰਤਾਪ ਸਿੰਘ ਬਾਜਵਾ ਨੇ, ਇਹ ਆਪਣੇ ਆਪ ਦੇ ਵਿੱਚ ਉਹਨਾਂ ਵਾਸਤੇ ਹੁਣ ਬੜੀ ਮੁਸੀਬਤ ਦੀ ਘੜੀ ਹੈ ਕਿ ਦੁਬਾਰਾ ਹੁਣ ਤੁਸੀਂ ਕਿਵੇਂ, ਕੋਈ ਜਵਾਕ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਲੋਲੀਪੌਪ ਦੇਤਾ ਸੀ, ਮਨਾ ਲਿਆ, ਦੂਜੀ ਵਾਰ ਫਿਰ ਦੇ ਕੇ ਕਹਿ ਦਿਓਗੇ ਕੋਈ ਨਹੀਂ ਬੇਟਾ ਤੈਨੂੰ ਅਗਲੀ ਵਾਰੀ ਨਾਲ ਝੂਲੇ ਵੀ ਦਵਾ ਦੇਵਾਂਗੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹਰੀਸ਼ ਰਾਵਤ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਨੇ ਜਿਹੜੀਆਂ ਚੋਣਾਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਉਹੀ ਮੈਂ ਕਹਿ ਰਿਹਾ ਕਿ ਉੱਥੋਂ ਕਲੈਰਿਟੀ ਤੋਂ ਬਾਅਦ ਅੱਜ ਜਿਹੜੀ ਕਲੈਰਿਟੀ ਹੋਣੀ ਸੀਗੀ, ਦੇਖੋ ਇਹ 3 ਫੇਜ਼ਸ ਨੇ। ਪਹਿਲੇ ਫੇਜ਼ ਦੇ ਵਿੱਚ ਅੱਜ ਤਮਾਮ ਵਿਧਾਇਕ ਮਿਲੇ, ਹੁਣ ਸੁਨੀਲ ਜਾਖੜ ਤੋਂ ਕੱਲਿਆਂ ਸਾਰੀ ਡਿਟੇਲਸ ਜਿਹੜੀ ਹੈ ਉਹ ਲੈਣ ਦੀਆਂ ਚਰਚਾਵਾਂ ਨੇ, ਔਰ ਉਸ ਤੋਂ ਬਾਅਦ ਫਾਈਨਲੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਹੁਣ ਮਿਲਣਾ ਹੈ। ਉਹ ਬਹੁਤ ਇੰਪੋਰਟੈਂਟ ਹੈ ਕਿ ਕੈਪਟਨ ਤੇ ਸਿੱਧੂ ਜਾ ਕੇ ਲੀਡਰਸ਼ਿਪ ਦੇ ਅੱਗੇ ਕੀ ਰੱਖਦੇ ਨੇ ਔਰ ਉਦੋਂ ਬਾਅਦ ਕੀ ਨਿਕਲ ਕੇ ਬਾਹਰ ਆਉਂਦਾ ਹੈ। ਪਰ ਜਿੰਨੇ ਲੀਡਰਸ ਬਾਹਰ ਆਏ, ਸੁਖਜਿੰਦਰ ਰੰਧਾਵਾ ਜਦੋਂ ਬਾਹਰ ਆ ਕੇ ਗੱਲਬਾਤ ਕਰਦੇ ਉਹ ਕਹਿੰਦੇ ਕਿ ਮੈਂ ਅੰਦਰ ਕੀ ਹੋਇਆ ਕੁਝ ਨਹੀਂ ਦੱਸਣਾ। ਇਟ ਮੀਨਸ ਕਿ ਅੰਦਰ ਕੋਈ ਬਹੁਤੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਨਹੀਂ ਹੋਈ ਜੋ ਅੰਦਰ ਹੋਇਆ। ਔਰ ਉਸ ਤੋਂ ਬਾਅਦ ਉਹਨਾਂ ਨੇ ਜਾਂਦੇ ਹੋਏ ਗੱਡੀ 'ਚ ਬੈਠਦੇ ਹੋਏ ਮੀਡੀਆ ਅੱਗੇ ਗੱਲ ਕਹਿੰਦੇ ਹੈ ਕਿ ਬੇਅਦਬੀ ਦਾ ਇਨਸਾਫ ਤਾਂ ਹੋਣਾ ਚਾਹੀਦਾ, ਉਹ ਬੇਅਦਬੀ ਦੇ ਉੱਤੇ ਉਹ ਇਹ ਗੱਲ ਰੱਖਦੇ ਆ। ਔਰ ਇਟ ਮੀਨਸ ਕਿ ਅੰਦਰ ਦੀ ਮਾਹੌਲ ਜਿਹੜਾ ਉਹ ਬਹੁਤਾ ਸੁਖਾਵਾਂ ਨਹੀਂ ਰਿਹਾ, ਬੇਅਦਬੀ ਨੂੰ ਲੈ ਕੇ ਵੀ ਅੰਦਰ ਚਰਚਾ ਹੁੰਦੀ ਰਹੀ। ਔਰ ਸੁਖਜਿੰਦਰ ਰੰਧਾਵਾ ਹੋਣ, ਬਾਕੀ ਸੀਨੀਅਰ ਲੀਡਰਸ ਹੋਣ ਔਰ ਤਮਾਮ ਮਿਨਿਸਟਰਸ ਜਿਹੜੇ ਅੰਦਰ ਰਹੇ ਨੇ, ਉਹ ਕੋਈ ਬਹੁਤੇ ਅੰਦਰ ਮਾਹੌਲ ਜਿਹੜਾ ਇੱਕ ਚੰਗੇ ਮਾਹੌਲ 'ਚ ਮੀਟਿੰਗ ਨਹੀਂ ਜਾਪਦੀ ਜਿਸ ਤਰੀਕੇ ਦੇ ਨਾਲ ਬਾਹਰ ਆ ਕੇ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਹੈ ਨਜ਼ਰ ਆ ਰਹੀ ਹੈ। ਪਰ ਮੋਰ ਇੰਪੋਰਟੈਂਟਲੀ ਜਿਹੜੀ ਸੁਨੀਲ ਜਾਖੜ ਨੇ ਜੋ ਗੱਲ ਵਰਤੀ, ਜੋ ਕਹੀ ਕਿ ਜਿਹੜੇ ਲੋਕ ਤੋੜਨਾ ਚਾਹੁੰਦੇ ਸੀ ਉਹ ਐਕਸਪੋਜ਼ ਹੋ ਗਏ, ਤਾਂ ਇਹ ਕਲੀਅਰ ਹੋਣਾ ਚਾਹੀਦਾ ਸੀਗਾ ਕਿ ਕੌਣ ਤੋੜਨਾ ਚਾਹੁੰਦੇ। ਹੁਣ ਪਾਰਟੀਆਂ ਦੇਖੋ ਸ਼ਰੇਆਮ ਆ ਕੇ ਕਦੇ ਨਹੀਂ ਕਹਿੰਦੀਆਂ ਹੁੰਦੀਆਂ, ਜਾਂ ਲੀਡਰ ਕਦੇ ਨਹੀਂ ਇਹ ਗੱਲ ਕਹਿੰਦੇ ਹੁੰਦੇ, ਔਰ ਉਹ ਵੀ ਪ੍ਰਧਾਨ ਤੋਂ ਤੁਸੀਂ ਐਕਸਪੈਕਟ ਨਹੀਂ ਕਰਦੇ ਕਿ ਪ੍ਰਧਾਨ ਆ ਕੇ ਇਹ ਗੱਲ ਕਹਿ ਦੇ ਕਿ ਫਲਾਨਾ ਲੀਡਰ ਹੈ ਜਾਂ ਉਹ ਹੈ। ਪਰ ਇਹ ਬਹੁਤ ਸ਼ੋਰ ਹੈ ਕਿ ਸਭ ਕੁਝ ਠੀਕ ਨਹੀਂ ਹੈ। ਜੋ ਸੋਚਿਆ ਜਾ ਰਿਹਾ ਸੀਗਾ ਕਿ ਦਿੱਲੀ ਹੁਣ ਗੱਲ ਚਲੀਗੀ ਔਰ ਹੁਣ ਇਹਦਾ ਨਤਾਰਾ ਹੋ ਜਾਊਗਾ, ਤਾਂ ਇਹ ਉਧਰ ਨੂੰ ਗੱਲ ਜਾਂਦੀ ਦਿਸ ਨਹੀਂ ਰਹੀ। ਦੂਜੀ ਇੰਪੋਰਟੈਂਟ ਗੱਲ ਹੈ ਕਿ ਪ੍ਰਤਾਪ ਬਾਜਵਾ ਨੇ ਮੈਂ ਥੋੜੀ ਦੇਰ ਪਹਿਲਾਂ ਸੁਣ ਰਿਹਾ ਸੀਗਾ, ਬੜੇ ਸੀਨੀਅਰ ਪੱਤਰਕਾਰ ਨੇ ਸੁਰਿੰਦਰ ਡੱਲਾ, ਉਹ ਜ਼ਿਕਰ ਕਰ ਰਹੇ ਸੀਗੇ ਕਿ 44 ਵਾਲੀ ਗੱਲ ਦੇ ਉੱਤੇ ਉਹਨਾਂ ਨੇ ਆਪਦਾ ਐਨਾਲਿਸਿਸ ਦਿੱਤਾ ਕਿ ਜਿਹੜਾ ਪ੍ਰਤਾਪ ਬਾਜਵਾ ਕਹਿੰਦੇ ਆ ਕਿ ਫਿਰ ਜਿਹੜਾ ਉਹਨਾਂ ਨੂੰ ਮੈਥਡ 44 ਵਰਤਣਾ ਪੈਣਾ ਹੈ, ਉਹ ਕੀ ਹੈ, ਤਾਂ ਉਹਨੂੰ ਡੀਕੋਡ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਸੀ। ਉਹ ਡੀਕੋਡ ਕੀ ਕਰ ਰਹੇ ਸੀ ਉਹ ਕਿ ਹੋ ਸਕਦਾ 44 ਵਿਧਾਇਕ ਇੱਕ ਪਾਸੇ ਹੋਣ ਔਰ ਉਹ 44 ਵਿਧਾਇਕਾਂ ਵਾਲਾ ਜਿਹੜਾ ਫਾਰਮੂਲਾ ਹੈ, ਉਹ ਫਾਰਮੂਲਾ 44 ਉਹ ਯੂਜ਼ ਕੀਤਾ ਜਾ ਸਕੇ।
ਕਿ 44 ਵਿਧਾਇਕ ਸ਼ਾਇਦ ਕੈਪਟਨ ਦੇ ਅਗੇਂਸਟ ਭੁਗਦੇ ਹੈ। ਪਰ ਇਸ ਪੂਰੇ ਐਨਾਲਿਸਿਸ ਚੋਂ ਜੇ ਤੁਸੀਂ ਮੀਡੀਆ ਅੱਜ ਸਾਰੇ ਦਿਨ ਦੇ ਮੀਡੀਆ ਨੂੰ ਵੀ ਦੇਖੋ ਜਾਂ ਤੁਸੀਂ ਜਿਹੜੇ ਪੰਜਾਬ ਦੇ ਵੱਡੇ ਪੱਤਰਕਾਰਾਂ ਨੂੰ ਵੀ ਜੇ ਐਨਾਲਿਸਿਸ ਕਰੋ, ਵੱਡੇ ਮੀਡੀਆ ਹਾਊਸਸ ਦਾ ਵੀ ਐਨਾਲਿਸਿਸ ਕਰੋ, ਜੋ ਇਹ ਸੋਚਿਆ ਜਾ ਰਿਹਾ ਸੀਗਾ ਉਸ ਤੋਂ ਕੰਪਲੀਟਲੀ ਇੱਕ ਓਪੋਜ਼ਿਟ ਪਿਕਚਰ ਬਣਦੀ ਨਜ਼ਰ ਆ ਰਹੀ ਹੈ। ਉਹ ਪਿਕਚਰ ਇਹ ਨਜ਼ਰ ਆ ਰਹੀ ਹੈ ਕਿ ਜਿਹੜਾ ਇੱਕ ਇਹ ਸੋਚਿਆ ਜਾ ਰਿਹਾ ਸੀ ਕਿ ਇਹ ਰੇੜਕਾ ਕਿਤੇ ਨਾ ਕਿਤੇ ਜਾ ਕੇ ਸੋਨੀਆ ਗਾਂਧੀ ਜਾਂ ਫਿਰ ਇਸ ਕਮੇਟੀ ਦੇ ਅੰਡਰ ਆ ਕੇ ਰੇੜਕਾ ਮੁੱਕਦਾ ਨਜ਼ਰ ਆਊਗਾ, ਉਹ ਰੇੜਕਾ ਹੁਣ ਹੋਰ ਵੱਧਦਾ ਵੀ ਨਜ਼ਰ ਆ ਸਕਦਾ। ਕਾਰਨ ਮੈਂ ਐਕਸਪਲੇਨ ਕਰਦਿਆਂ ਥੋੜ੍ਹਾ ਜਿਹਾ। ਹੁਣ ਤੱਕ ਕੀ ਸੀਗਾ ਕਿ ਨਵਜੋਤ ਸਿੱਧੂ ਜਦੋਂ ਬਗਾਵਤ ਕਰਦੇ ਆ ਤਾਂ ਪ੍ਰਗਟ ਸਿੰਘ, ਸੁਰਜੀਤ ਧਮਾਨ ਜਾਂ ਹੋਰ ਜਿਹੜੇ ਆਗੂ ਜਿਹੜੇ ਬਗਾਵਤ ਕਰ ਦਿੰਦੇ ਆ, ਸੁਖਜਿੰਦਰ ਰੰਧਾਵਾ ਜਿਹੜੇ ਆ ਉਹਨਾਂ ਦੇ ਬਾਗੀ ਸੁਰ ਹੋ ਜਾਂਦੇ ਆ, ਚਰਨਜੀਤ ਚੰਨੀ ਹੋਣਾ ਦੇ ਬਾਗੀ ਸੁਰ ਹੋ ਜਾਂਦੇ ਆ, ਤੇ ਫਿਰ ਮੀਟਿੰਗਸ ਹੁੰਦੀਆਂ ਜਿਹੜੀਆਂ ਜਿਹਦੇ ਵਿੱਚ ਨੱਥੂ ਰਾਮ ਹੋ ਗਏ ਔਰ ਹੋਰ ਵੀ ਵਿਧਾਇਕ ਆ ਜੁੜਦੇ ਆ। ਪਰ ਹਾਲੇ ਤੱਕ ਕਿਸੇ ਇਹਨਾਂ 'ਚੋਂ ਕਿਸੇ ਇੱਕ ਨੇ ਕਿਸੇ ਨੂੰ ਆਪਣਾ ਲੀਡਰ ਨਹੀਂ ਥਾਪਿਆ। ਇਹਨਾਂ ਬਾਗੀਆਂ ਨੇ ਇੱਕ ਨੇ ਵੀ ਆ ਕੇ, ਜਾਂ ਪ੍ਰਤਾਪ ਬਾਜਵਾ ਵੀ ਹੁਣ ਤੱਕ ਬੋਲ ਰਿਹਾ, ਦੂਲੋ ਸਾਹਿਬ ਹਮੇਸ਼ਾ ਬੋਲਦੇ ਆਏ, ਉਹ ਬੋਲ ਰਹੇ ਹੈ। ਇਹ ਸਾਰੇ ਵਿਧਾਇਕਾਂ 'ਚੋਂ ਕਿਸੇ ਵੀ ਇੱਕ ਨੇ ਜਾਂ ਵੱਡੇ ਆਗੂਆਂ 'ਚੋਂ ਕਿਸੇ ਇੱਕ ਨੇ ਇਹ ਨਹੀਂ ਕਿਹਾ ਕਿ ਅਸੀਂ ਨਵਜੋਤ ਸਿੱਧੂ ਦੇ ਨਾਲ ਆ ਜਾਂ ਅਸੀਂ ਫਲਾਨਾ ਸਾਡਾ ਲੀਡਰ ਹੈ ਅਸੀਂ ਉਹਦੇ ਨਾਲ ਆ। ਇਹ ਬਹੁਤ ਇੰਪੋਰਟੈਂਟ ਹੈ ਗੱਲ ਨੂੰ ਸਮਝਣੀ। ਦੂਜੇ ਪਾਸੇ ਕੁਛ ਇੱਕ ਵਿਧਾਇਕਾਂ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ। ਮੈਂ ਥੋੜ੍ਹੇ ਦਿਨ ਪਹਿਲਾਂ ਜਿਵੇਂ ਇੰਟਰਵਿਊ ਕੀਤੀ ਸੀ ਗਿੱਲ ਹਲਕੇ ਤੋਂ ਵਿਧਾਇਕ ਨੇ, KD ਵੈਦ ਹੋ ਗਏ ਜਾਂ ਕੁਛ ਹੋਰ ਵਿਧਾਇਕ ਜਿਹੜੇ ਕਹਿੰਦੇ ਆਏ ਹੈ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ, ਕੈਪੇਬਲ ਲੀਡਰ ਨੇ ਔਰ ਅਸੀਂ ਉਹਨਾਂ ਦੀ ਜਿਹੜੀ ਰਹਿਨੁਮਾਈ 'ਚ ਇਲੈਕਸ਼ਨ ਲੜਾਂਗੇ, ਉਹ ਸਾਡੇ ਲੀਡਰ ਹੋਣਗੇ। ਅੱਜ ਜਿਹੜੇ ਸੁਰ ਨੇ, ਅੱਜ ਕੰਪਲੀਟਲੀ ਡਿਫਰੈਂਟ ਚੀਜ਼ ਤੁਸੀਂ ਦੇਖਣ ਨੂੰ ਮਿਲੋ। ਅੱਜ ਕੀ ਕਹਿ ਰਿਹਾ? ਅੱਜ ਉਹ ਇਹ ਕਹਿ ਰਿਹਾ ਕਿ ਜੋ ਪਾਰਟੀ ਕਹੂਗੀ ਅਸੀਂ ਪਾਰਟੀ ਦੇ ਨਾਲ ਆ। ਤਾਂ ਇੱਥੇ ਸ਼ਿਫਟ ਚੀਜ਼ਾਂ ਹੁੰਦੀਆਂ ਨਜ਼ਰ ਆ ਰਹੀਆਂ, ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਕਲੀਅਰਲੀ ਇਹ ਕਿ ਜੇ ਅੱਜ 80 ਦੇ ਨੇੜੇ ਵਿਧਾਇਕਾਂ ਦੇ ਵਿੱਚੋਂ ਕਿਹਦੇ ਕੋਲ ਕਿੰਨੇ ਨੇ, ਹਾਲਾਂਕਿ ਕੁਲਦੀਪ ਵੈਦ ਨੇ ਉਸ ਦਿਨ ਇਹ ਗੱਲ ਕਹੀ ਸੀ ਸਾਡੇ ਨਾਲ ਗੱਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਕੋਲੇ ਕਿੰਨੇ ਨੇ, ਜੇ ਨੰਬਰ ਗੇਮ ਦੇ ਵਿੱਚ ਗਿਣੀਏ ਤਾਂ ਕਿੰਨੇ ਨੇ, 5 ਬੰਦੇ ਵੀ ਉਹ ਕਹਿ ਰਹੇ ਕਿ ਨਹੀਂ ਹੈਗੇ। ਪਰ ਤੁਸੀਂ ਇਹ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਵੀ ਜਦੋਂ ਇਹ ਪ੍ਰੂਵ ਕਰਨ 'ਤੇ ਆਉਣਗੇ ਤਾਂ ਕਿੰਨੇ ਨੇ। ਅੱਜ ਕਾਂਗਰਸ ਪਾਰਟੀ ਕਿਉਂਕਿ ਨੈਸ਼ਨਲ ਪਾਰਟੀ ਹੈ ਤਾਂ ਜਿਹੜੇ ਹਰੇਕ ਆਪਦਾ ਸੇਫ ਸਾਈਡ ਲੈ ਕੇ ਚੱਲਦਾ। ਹਾਲਾਂਕਿ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਨੇ ਵਿਧਾਨ ਸਭਾ ਦੇ, ਕੀ ਓਪਨਲੀ ਇਹ ਗੱਲ ਕਹਿੰਦੇ ਨੇ ਆ ਕੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ? ਜਾਂ ਹੋਰ ਵਿਧਾਇਕ ਨੇ ਜਿਹੜੇ ਉੱਥੇ ਗਏ ਨੇ, ਕੀ ਸੁਰਜੀਤ ਧਮਾਨ ਇਹ ਕਹਿੰਦੇ ਨੇ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ ਆ? ਨਹੀਂ। ਤਾਂ ਦੋਨਾਂ ਦੇ ਵਿੱਚ ਜਿਹੜੀ ਇਹ ਕਨਫਲਿਕਟ ਦੀ ਜਿਹੜੀ ਇੱਕ ਪੋਲੀਟਿਕਸ ਹੁਣ ਚੱਲ ਰਹੀ ਹੈ, ਉਹਦੇ 'ਚ ਡਾਇਰੈਕਟਲੀ ਕੋਈ ਵੀ ਇਹ ਗੱਲ ਨਹੀਂ ਕਹਿ ਰਿਹਾ ਹੁਣ ਕਿ ਮੈਂ ਇਸ ਧੜੇ ਦੇ ਨਾਲ ਆ ਜਾਂ ਮੈਂ ਉਹਦੇ ਨਾਲ ਆ। ਉਹ ਕਹਿ ਰਿਹਾ ਕਿ ਅਸੀਂ ਪਾਰਟੀ ਦੇ ਨਾਲ ਆ। ਜ਼ਿਆਦਾਤਰ ਜਿਹੜੇ ਆਗੂ ਨੇ, ਜ਼ਿਆਦਾਤਰ ਲੀਡਰਸ ਨੇ ਜਿਹੜੇ, ਈਵਨ ਜਿਹੜੇ ਮਿਨਿਸਟਰਸ ਵੀ ਨੇ, ਜਿਹੜੇ ਚੁੱਪ ਬੈਠੇ ਮਿਨਿਸਟਰਸ ਨੇ, ਉਹ ਕਹਿ ਰਹੇ ਕਿ ਪਾਰਟੀ ਜਿਵੇਂ ਕਹੂਗੀ ਅਸੀਂ ਉਵੇਂ ਕਰਾਂਗੇ। ਤਾਂ ਪਾਰਟੀ ਦੇ ਡਿਸੀਜਨ ਦੇ ਉੱਤੇ ਗੱਲ ਆ ਜਾਂਦੀ ਕਿ ਫਾਈਨਲੀ ਪਾਰਟੀ ਕੀ ਸੋਚਦੀ ਹੈ। ਕੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਜਾਂ ਹਰੀਸ਼ ਰਾਵਤ ਨੇ ਜੋ ਕਿਹਾ ਸੀਗਾ ਉਹਦੇ 'ਤੇ ਫੁੱਲ ਚੜ੍ਹਨਗੇ, ਜਾਂ ਇਹ ਇੱਕ ਜੋ ਨਵਜੋਤ ਸਿੰਘ ਸਿੱਧੂ ਜਿਸ ਪ੍ਰੋਮਿਸਸ ਦੇ ਉੱਤੇ, ਹਾਲਾਂਕਿ ਹੁਣ ਇਹ ਵੀ ਮੀਡੀਆ ਰਿਪੋਰਟਸ ਨੇ, ਅੱਜ ਮੈਂ ਕਿਤੇ ਸੁਣ ਰਿਹਾ ਸੀਗਾ ਕਿ 2 ਡਿਪਟੀ CM ਬਣਾਏ ਜਾ ਸਕਦੇ ਨੇ, ਨਵਜੋਤ ਸਿੱਧੂ ਇੱਕ ਡਿਪਟੀ CM ਹੋ ਸਕਦੇ ਨੇ, ਚਰਨਜੀਤ ਚੰਨੀ ਨੂੰ ਦਲਿਤ ਡਿਪਟੀ CM। ਔਰ ਰਾਜਕੁਮਾਰ ਵੇਰਕਾ ਦਾ ਵੀ ਜਿਹੜਾ ਬਿਆਨ ਆਇਆ, ਰਾਜਕੁਮਾਰ ਵੇਰਕਾ ਕੀ ਕਹਿੰਦੇ ਆ ਕਿ ਦਲਿਤਾਂ ਵਾਸਤੇ ਬੜੀ ਜਲਦ ਇੱਕ ਖੁਸ਼ਖਬਰੀ ਹੋ ਸਕਦੀ ਹੈ। ਉਹ ਕਦੋਂ ਹੋ ਸਕਦੀ? ਕੀ ਇਸੇ ਟਰਮ ਦੀ ਖੁਸ਼ਖਬਰੀ ਹੈ? ਕੀ ਰਹਿ ਗਏ 6 ਮਹੀਨੇ 8 ਮਹੀਨਿਆਂ 'ਚ ਤੁਸੀਂ 2 ਡਿਪਟੀ CM ਲਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਹ ਚਾਹੁੰਦੇ ਹੋ ਕਿ ਅਗਲੀ ਜਿਹੜੀ, ਕਿਉਂਕਿ ਤੁਸੀਂ ਜੇ ਪਿਛਲੇ ਜਿੰਨਾ ਸਿਨੈਰੀਓ ਬਣਿਆ ਜਦੋਂ ਤੋਂ ਨਵਜੋਤ ਸਿੱਧੂ ਨੇ ਟਵੀਟ ਵਾਰ ਸ਼ੁਰੂ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ, ਤਾਂ ਜਿਹੜੀ ਹੁਣ 8 ਮਹੀਨੇ ਰਹਿ ਗਏ ਉਹਦੀ ਖੇਡ ਨਹੀਂ ਨਜ਼ਰ ਆ ਰਹੀ, ਉਹ ਕਿਤੇ ਵੀ ਨਜ਼ਰ ਨਹੀਂ ਆ ਰਹੇ। ਮੈਨੂੰ ਲੱਗਦਾ ਨਵਜੋਤ ਸਿੱਧੂ ਇਸ 8 ਮਹੀਨਿਆਂ ਨੂੰ ਗਿਣ ਵੀ ਨਹੀਂ ਰਹੇ, ਕਿਉਂਕਿ ਇਹ ਤਾਂ ਹੁਣ ਤਿਆਰੀ 22 ਦੀ ਹੈ। 8 ਮਹੀਨੇ ਡਿਪਟੀ CM ਲੱਗਣਾ ਵੀ ਨਹੀਂ ਚਾਹਣਗੇ, ਮੈਨੂੰ ਲੱਗਦਾ ਨਾ ਹੀ ਉਹ ਲੱਗਣਾ ਚਾਹਣਗੇ, ਨਾ ਹੀ ਚਰਨਜੀਤ ਚੰਨੀ ਲੱਗਣਾ ਚਾਹਣਗੇ। ਜਿਹੜੀ ਲਾਰਜਰ ਕੰਟੈਕਸਟ ਦੀ ਗੇਮ ਹੈ ਉਹਦੇ ਵਿੱਚ ਇਹ ਕਲੀਅਰ ਹੈ ਕਿ ਜਦੋਂ ਤੁਸੀਂ ਯਾਦ ਕਰੋ ਕਿ ਜਦੋਂ ਬੇਦਬੀ ਤੇ ਪਹਿਲਾ ਟਵੀਟ ਇਹਨਾਂ ਦਿਨਾਂ 'ਚ ਕੀਤਾ ਨਵਜੋਤ ਸਿੱਧੂ ਨੇ, ਤੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧਾ ਵਾਰ ਕੀਤਾ ਸੀਗਾ। ਉਹ ਕਹਿੰਦੇ ਸੀ ਪਟਿਆਲੇੋਂ ਆ ਕੇ ਚੋਣ ਲੜੋ ਜੇ ਤੁਸੀਂ ਇੰਨੇ ਹੀ ਆਪਦੇ ਆਪ ਨੂੰ ਸਮਝ। ਤਾਂ ਇਟ ਮੀਨਸ ਕਿ ਇਹ ਕਲੀਅਰ ਹੈ ਕਿ ਜਿਹੜੇ 8 ਮਹੀਨੇ ਰਹਿ ਗਏ ਇਹ ਗਿਣਤੀ ਦੇ ਵਿੱਚ ਨਹੀਂ ਹੈਗੇ। ਤਾਂ ਜੇ ਰਾਜਕੁਮਾਰ ਵੇਰਕਾ ਇਹ ਗੱਲ ਕਹਿੰਦੇ ਕਿ ਦਲਿਤਾਂ ਵਾਸਤੇ ਚੰਗੀ ਖਬਰ ਆਊਗੀ, ਉਹ ਚੰਗੀ ਖਬਰ ਕਿਹੜੇ ਕੰਟੈਕਸਟ 'ਚ ਹੈ? ਕੀ ਉਹ ਇਹਨਾਂ 8 ਮਹੀਨਿਆਂ ਦੀ ਹੈ, ਜਾਂ ਫਿਰ ਉਹ ਚੋਣਾਂ ਦੇ ਬਾਬਤ ਕਹਿ ਰਿਹਾ ਕਿ ਕੀ ਜਿਸ ਤਰ੍ਹਾਂ ਅਕਾਲੀ ਦਲ ਇਹ ਪ੍ਰੋਮਿਸ ਕਰਕੇ ਚੱਲਿਆ ਕਿ ਅਸੀਂ ਡਿਪਟੀ CM ਦਲਿਤ ਦੇਵਾਂਗੇ, ਜਿਵੇਂ BJP ਕਹਿ ਰਹੀ ਹੈ ਕਿ ਅਸੀਂ CM ਦਲਿਤ ਦੇ ਸਕਦੇ ਹਾਂ, ਉਹਨਾਂ ਦੇ ਆਗੂ ਕਹਿ ਰਿਹਾ। ਕੀ ਕਾਂਗਰਸ ਵੀ ਹੁਣ ਇਹ ਕਹਿਣ ਲੱਗੀ ਹੈ ਕਿ ਸਾਡਾ ਡਿਪਟੀ CM
ਦਲਿਤ ਹੋਊਗਾ। ਔਰ ਕੀ ਨਵਜੋਤ ਸਿੱਧੂ ਅੰਡਰ ਕੈਪਟਨ ਅਮਰਿੰਦਰ ਸਿੰਘ ਡਿਪਟੀ ਸੀਐਮ ਵਾਸਤੇ ਐਗਰੀ ਕਰਨਗੇ? ਉਹ ਵੀ ਉਦੋਂ ਜਦੋਂ ਸਰਕਾਰ ਅਜੇ ਬਣਾਉਣੀ ਹੈ। ਤੁਸੀਂ ਸਰਕਾਰ ਬਣ ਨਹੀਂ ਗਈ 22 ਦੀ ਤੁਹਾਡੀ, ਤੁਸੀਂ ਤਾਂ ਇਹ ਫਾਈਟ ਕਰ ਰਹੇ ਹੋ ਕਿ ਤੁਸੀਂ ਸਰਕਾਰ ਬਣਾਉਣੀ ਹੈ ਅਜੇ, ਔਰ ਅੱਜ ਜ਼ਰੂਰ ਦੱਸਿਆ ਜਾ ਰਿਹਾ। ਤਾਂ ਇਸ ਪੂਰੇ ਸਿਨੈਰੀਓ ਦੇ ਵਿੱਚ ਰੈਲੇਵੈਂਟ ਗੱਲ ਜਿਹੜੀ ਹੈ ਕਿ ਜਿਸ ਤਰ੍ਹਾਂ ਦੇ ਬਿਆਨ ਅੱਜ ਸਾਰਿਆਂ ਦੇ ਆਏ ਨੇ, ਉਹਨਾਂ ਬਿਆਨਾਂ ਤੋਂ ਇਹ ਨਜ਼ਰ ਆ ਰਿਹਾ ਪ੍ਰਵਿੰਦਰ ਕਿ ਚੀਜ਼ਾਂ ਬਿਲਕੁਲ ਠੀਕ ਨਹੀਂ ਜਾਪ ਰਹੀਆਂ ਔਰ ਇਹ ਜਿਹੜਾ ਕਲੇਸ਼ ਵੱਧਦਾ, ਲੇਕਿਨ ਬਹੁਤ ਜ਼ਿਆਦਾ ਮੈਜੋਰਟੀ ਜਿਹੜੀ ਹੋਊਗੀ। ਔਰ ਮੈਂ ਇਹ ਵੀ ਸਵੇਰੇ ਕੋਟ ਕੀਤਾ ਸੀ ਕਮਲਜੀਤ ਸਿੱਧੂ ਹੋਣਾ ਦੇ ਨਾਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਸ਼ੋਅ ਦੇ ਵਿੱਚ, ਕਿ ਬਹੁਤ ਸਾਰੇ ਸਿਟਿੰਗ MLAs ਦੀਆਂ ਟਿਕਟਾਂ ਵੀ ਜਾਂਦੀਆਂ ਹੁੰਦੀਆਂ, ਬਹੁਤ ਸਾਰੇ ਸਿਟਿੰਗ ਹੁੰਦੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਹੁੰਦੀ, ਤਾਂ ਪਾਰਟੀ ਕੋਲੇ ਉਹ ਵੀ ਇੱਕ ਲਿਸਟ ਹੁੰਦੀ ਹੈ ਕਿ ਉਹ ਪਹਿਲਾਂ ਹੀ ਆਊਟ ਨੇ, ਕਿ ਇਹ ਪਤਾ ਹੈ ਕਿ ਇਹ ਇੰਪੈਕਟ ਨਹੀਂ ਹੈਗਾ ਹੁਣ ਇਹਨਾਂ ਦਾ, ਜਾਂ ਅਸੀਂ ਇਹਨਾਂ ਨੂੰ ਰਿਪਲੇਸ ਕਰਨਾ ਹੈ, ਤਾਂ ਉਹਨਾਂ ਨੇ ਖਰਾਬ ਕਰਨਾ। ਉਹਨਾਂ ਨੂੰ ਵੀ ਇਸ ਗੱਲ ਦੀ ਭਿਣਕ ਹੁੰਦੀ ਹੈ ਕਿ ਸ਼ਾਇਦ ਇਸ ਵਾਰ ਮੇਰਾ ਪੱਤਾ ਕੱਟ ਸਕਦਾ ਹੈ, ਤਾਂ ਉਹ ਆਪਣੇ ਤੌਰ 'ਤੇ ਆਪਣੇ ਆਪ ਨੂੰ ਵੀ ਉਹਨਾਂ ਨੇ ਸਟਰੋਂਗ ਕਰਨਾ ਹੁੰਦਾ ਹੈ ਕਿ ਮੈਂ ਕੁਛ ਐਸਾ ਕਰਾਂ ਕਿ ਮੈਂ ਦੁਬਾਰਾ ਪਾਰਟੀ ਦੇ ਵਿੱਚ ਆਪਣਾ ਪੱਧਰ ਜਿਹੜਾ ਉਹ ਸਟਰੋਂਗ ਬਣਾ ਲਾ। ਤਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਿਟਿੰਗ ਨੂੰ ਵੀ ਜਿਨ੍ਹਾਂ ਨੂੰ ਲੱਗਦਾ ਹੁੰਦਾ, ਔਰ ਚੰਗੀ ਖਾਸੀ ਇੱਕ ਸਟਰੈਂਥ ਦੇ ਨਾਲ ਵਿਧਾਨ ਸਭਾ 'ਚ ਕਾਂਗਰਸ ਬੈਠੀ ਹੈ, ਇਹ ਨਹੀਂ ਹੈ ਕਿ 58-59 ਦੇ ਨਾਲ ਕਾਂਗਰਸ ਬੈਠੀ ਹੋਵੇ, ਤਾਂ ਉਹ ਇੱਕ ਵੱਖਰਾ ਸਿਨੈਰੀਓ ਹੁੰਦਾ ਹੈ। ਤਾਂ ਜਦੋਂ ਤੁਸੀਂ ਵੱਡੀ ਸਟਰੈਂਥ ਨਾਲ ਬੈਠੇ ਹੋ ਤਾਂ ਪਾਰਟੀ ਨੇ ਕਈ ਸਿਟਿੰਗ ਦੀਆਂ ਟਿਕਟਾਂ ਕੱਟ ਕੇ ਨਵਿਆਂ ਨੂੰ ਦੇਣੀਆਂ ਹੁੰਦੀਆਂ। ਉਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੇ ਉਹ ਫਾਇਦਾ ਚੁੱਕਦੇ ਨੇ ਐਸੀ ਸਿਚੁਏਸ਼ਨ ਦਾ ਕਿ ਹੁਣ ਸਾਡੇ ਵਾਸਤੇ ਇੱਕ ਬਹੁਤ ਜਿਹੜਾ ਅਫਸਰ ਬਣਿਆ ਹੋਇਆ, ਉਹ ਆਪਦਾ ਮੇ ਅਫਸਰ ਵਾਲੀ ਗੱਲ ਵੀ ਅੱਜ ਹੋਈ ਕਿ ਆਪਦਾ ਮੇ ਅਫਸਰ ਢੂੰਡ ਰਹੇ ਹੈ, ਇਹ ਵੀ ਇੱਕ ਗੱਲ ਹੋਈ। ਤਾਂ ਉਹ ਅਫਸਰ ਕੌਣ ਲੱਭ ਰਿਹਾ ਹੈ, ਇਹ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਦੇ ਉੱਤੇ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ। ਸੋ ਸੁਖਪਾਲ ਖਹਿਰਾ ਵੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੀ ਦੁਬਾਰਾ ਤੋਂ ਕੋਸ਼ਿਸ਼ ਕਰ ਰਹੇ ਸੀ, ਕਨਸੂਆਂ ਮਿਲ ਰਹੀਆਂ ਸੀ ਕਿ ਕਿਤੇ ਨਾ ਕਿਤੇ ਹੁਣ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਹਿਲਾਂ ਨਾਲੋਂ ਤਲਖੀ ਹੈ ਜਿਹੜੀ ਕੈਪਟਨ ਦੇ ਨਾਲ ਹੋਰ ਵੱਧ ਸਕਦੀ ਹੈ। ਕਿਉਂਕਿ ਖਹਿਰਾ ਨੇ ਜਿਹੜੇ ਕੀ ਪਤਾ ਉਸ ਅਹੁਦੇ ਨੂੰ ਲੈਣ ਦੀ ਕੋਸ਼ਿਸ਼ ਕਰਨ ਜਿਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਜਿਹੜਾ ਅਹੁਦਾ ਚਾਹੁੰਦੇ ਨੇ। ਇਹ ਦੇਖੋ, ਮੈਨੂੰ ਲੱਗਦਾ ਹਾਲੇ ਸੁਖਪਾਲ ਖਹਿਰਾ ਵਾਲੀ ਗੱਲ ਇਸ ਕਰਕੇ ਟਲ ਗਈ ਲੱਗਦੀ ਹੈ ਕਿ ਇਸ ਪੂਰੇ ਰੇੜਕੇ 'ਚ ਸੁਖਪਾਲ ਖਹਿਰਾ ਨਹੀਂ ਚਾਹੁੰਦੇ ਹੋਣਗੇ ਕਿ ਉਹ ਕੰਫਰਟੇਬਲ ਪੋਜੀਸ਼ਨ 'ਤੇ ਹੋਣਗੇ, ਔਰ ਪਾਰਟੀ ਵੀ ਹਾਲੇ ਉਸ ਪੋਜੀਸ਼ਨ 'ਚ ਨਹੀਂ ਹੈਗੀ ਕਿ ਉਹ ਜੁਆਇਨਿੰਗ ਕਰਾ ਸਕਣ। ਤਾਂ ਪਾਰਟੀ ਇਹੀ ਚਾਹੂਗੀ ਕਿ ਜਦੋਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਸੈਟਲ ਡਾਊਨ ਹੋਣਗੀਆਂ ਉਸ ਤੋਂ ਬਾਅਦ ਹੀ ਸੁਖਪਾਲ ਖਹਿਰਾ ਦੀ ਐਂਟਰੀ ਜਿਹੜੀ ਉਹ ਪਾਰਟੀ ਦੇ ਵਿੱਚ ਹੋਵੇ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੱਧੂ ਨੂੰ ਕੋਈ ਇਸ ਤਰ੍ਹਾਂ ਦਾ ਡਾਊਟ ਲੱਗ ਰਿਹਾ ਹੋਣਾ, ਜਿੱਥੇ ਫਾਈਟ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ, ਮੈਨੂੰ ਨਹੀਂ ਲੱਗਦਾ ਕਿ ਸੁਖਪਾਲ ਖਹਿਰਾ ਦੇ ਨੂੰ ਲੈ ਕੇ ਉਹ ਕਿਤੇ ਇਨਸਿਕਿਉਰ ਵੀ ਫੀਲ ਕਰ ਰਹੇ ਹੋਣਗੇ। ਇਸ ਤਰ੍ਹਾਂ ਨਹੀਂ ਹੁੰਦਾ, ਪਰ ਕਿਉਂਕਿ ਸਿਆਸਤ ਹੈ, ਕੈਲਕੂਲੇਸ਼ਨਸ ਬਹੁਤ ਹੁੰਦੀਆਂ, ਤਾਂ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਜੋ ਫਿੱਟ ਬੈਠਦਾ ਸੁਖਪਾਲ ਖਹਿਰਾ ਔਰ ਪਾਰਟੀ ਇਸੇ ਤਰ੍ਹਾਂ ਹੀ ਡਿਸਾਈਡ ਕਰੂਗੀ। ਫॉर द ਟਾਈਮ ਬੀਇੰਗ ਇਹ ਹੈ ਕਿ ਮੈਨੂੰ ਲੱਗਦਾ ਕਿ ਇਸ ਰੇੜਕੇ ਕਰਕੇ, ਔਰ ਇੱਕ ਰਾਈਟ ਟਾਈਮ ਵੀ ਹੁੰਦਾ ਹੈ, ਤੁਸੀਂ ਅਪਰੋਚ ਕਰਦੇ ਹੋ ਜਦੋਂ ਚੋਣਾਂ ਨੂੰ, ਇੱਕ ਵੇਵ ਬਣੀ ਹੁੰਦੀ ਹੈ, ਉਸ ਵੇਵ ਦੇ ਵਿੱਚ ਵੀ ਤਾਂ ਇਹ ਜ਼ਰੂਰ ਖਬਰਾਂ ਸੀ ਕਿ ਉਹ ਜੁਆਇਨ ਕਰ ਰਹੇ ਨੇ 1-2 ਦਿਨਾਂ 'ਚ, ਪਰ ਇਸ ਰੇੜਕੇ ਕਰਕੇ ਮੈਨੂੰ ਲੱਗਦਾ ਉਹ ਥੋੜ੍ਹਾ ਡਿਲੇ ਹੋ ਗਿਆ। ਕਿ ਹੁਣ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਾਂ ਫਿਰ ਕੈਪਟਨ ਦੀ ਮੀਟਿੰਗ ਹੁੰਦੀ ਹੈ ਹਾਈ ਕਮਾਂਡ ਦੇ ਨਾਲ, ਤਾਂ ਉਸ ਤੋਂ ਬਾਅਦ ਕੀ ਦੋਨਾਂ ਦੇ ਵਿਚਕਾਰ ਜਿਹੜੀ ਤਲਖੀ ਹੈ ਉਹ ਖਤਮ ਹੋ ਸਕਦੀ ਹੈ? ਕਿੰਨੀ ਕੁ ਸੰਭਾਵਨਾ, ਕਿਉਂਕਿ ਅੱਜ ਮੀਟਿੰਗ ਦੇ ਵਿੱਚ ਵਿਧਾਇਕਾਂ ਦੀ ਜਾਂ ਉਹਨਾਂ ਦੇ ਸੁਰ ਜ਼ਰੂਰ ਬਦਲੇ ਜਾਪੇ ਨੇ ਕਿ ਉਹਨਾਂ ਨੇ ਪਾਰਟੀ ਦੇ ਨਾਲ ਰਹਿਣ ਦਾ ਸਮਰਥਨ ਜ਼ਰੂਰ ਕਰ ਦਿੱਤਾ ਹੈ, ਪਰ ਦੂਜੇ ਪਾਸੇ ਕੈਪਟਨ ਨੇ ਜਾਂ ਫਿਰ ਨਵਜੋਤ ਸਿੱਧੂ ਨੇ ਇਹਨਾਂ ਦੇ ਵਿਚਕਾਰਲੀ ਤਲਖੀ ਖਤਮ ਹੋਵੇਗੀ ਜਾਂ ਨਹੀਂ? ਨਹੀਂ, ਦੇਖੋ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੱਧੂ ਸੈਟਲ ਕਰਨਗੇ ਕਿਸੇ ਵੀ ਹਾਲਾਤ ਦੇ ਵਿੱਚ। ਜਾਂ ਤਾਂ ਉਹ ਕੋਈ ਵੱਡਾ ਸਟੈਪ ਲੈਣਗੇ ਜੋ ਮੈਂ ਸਮਝਦਾ, ਜਾਂ ਫਿਰ ਉਹਨਾਂ ਨੂੰ ਜੋ ਚਾਹੀਦਾ ਉਹ ਮਿਲੂਗਾ। ਇਸ ਕੋਈ ਦੋ ਰਾਏ ਨਹੀਂ ਹੈ ਕਿ ਇੰਨਾ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਹੁਣ ਜੇਕਰ ਨਵਜੋਤ ਸਿੱਧੂ ਸੈਟਲ ਹੋ ਜਾਂਦੇ ਕਿਸੇ ਪੋਜੀਸ਼ਨ ਦੇ ਉੱਤੇ ਆ ਕੇ, ਤਾਂ ਉਹ ਜਿਹੜਾ 2-2.5 ਸਾਲ ਪਿਛਲੇ ਉਹਨਾਂ ਨੇ ਚੁੱਪੀ ਧਾਰੀ, ਮੌਨ ਵਰਤ ਰੱਖਿਆ, ਉਹਨਾਂ ਦਾ ਜਿਹੜਾ ਉਹ ਪੀਰੀਅਡ ਰਿਹਾ ਉਹ ਡਿਫਾਈਨ ਕਰਦਾ ਵੀ ਉਹ ਸੈਟਲ ਡਾਊਨ ਨਹੀਂ ਕਰਨਗੇ। ਤਾਂ ਇਹ ਫੋਰ ਸ਼ੋਰ ਲੱਗ ਰਿਹਾ ਕਿ ਜਾਂ ਤਾਂ ਨਵਜੋਤ ਸਿੱਧੂ ਕੁਛ ਵੱਡਾ ਕਰਨਗੇ ਪੰਜਾਬ ਦੀ ਸਿਆਸਤ ਦੇ ਵਿੱਚ, ਕੁਛ ਨਵਾਂ ਕਰਨਗੇ, ਜਾਂ ਫਿਰ ਉਹ ਜੋ ਚਾਹੁੰਦੇ ਨੇ ਉਹ ਅਚੀਵ ਕਰਨਗੇ। ਸੋ ਇਹ ਸਨ ਸਾਡੇ ਨਾਲ ਸਿਮਰਨਜੋਤ ਮੱਕੜ, ਨਿਊਜ਼ ਐਡੀਟਰ, ਸੋ ਜਿਨ੍ਹਾਂ ਨੇ ਦੱਸਿਆ ਕਿ ਅੱਜ ਦੀ ਪੂਰੀ ਮੀਟਿੰਗ ਦਾ ਨਿਚੋੜ ਕੀ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਲਗਾਤਾਰ ਗਰਮਾਈ ਹੋਈ ਹੈ। ਪੰਜਾਬ ਕਾਂਗਰਸ ਦੇ ਅੰਦਰ ਲਗਾਤਾਰ ਜਿਹੜਾ ਬਖੇੜਾ ਹੈ ਉਹ ਵੱਧਦਾ ਜਾ ਰਿਹਾ ਹੈ, ਪਰ ਇਸ ਮੀਟਿੰਗਾਂ ਦੇ ਦੌਰਾਨ ਹੁਣ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਹੈ ਜਿਹੜਾ ਦੋਹਾਂ ਵਿਚਕਾਰ ਮੰਤਰੀਆਂ ਤੇ ਜਾਂ ਮੁੱਖ ਮੰਤਰੀ ਕੈਪਟਨ ਦੇ ਵਿਚਕਾਰ ਪੈਦਾ ਹੋਇਆ ਹੈ, ਇਹ ਖਤਮ ਹੋਵੇਗਾ ਜਾਂ ਨਹੀਂ, ਇਸ ਬਾਬਤ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਸੋ ਅਜਿਹੀ ਅਪਡੇਟਸ ਦੇ ਲਈ ਦੇਖਦੇ ਰਹੋ ਔਨ 에ਅਰ। ਫਿਲਹਾਲ ਦੇ ਲਈ ਦਿਓ ਇਜਾਜ਼ਤ।